ਤੇ ਜਦੋਂ ਮੈਂ ਗੱਲ ਉਸ ਪੀਏ ਨੂੰ ਦੱਸੀ ਤਾਂ ਪੀਏ ਨੇ ਕਿਹਾ ਕਿ ਕਹਿੰਦਾ ਇਹ ਜਿਹੜਾ ਥੱਲੇ ਪੈਰਾਂ ਦੇ ਵਿੱਚ ਜਿਹੜੀਆਂ ਟਾਈਲਾਂ ਦਰਬਾਰ ਸਾਹਿਬ ਦੀ ਆਕ੍ਰਿਤੀ ਵਾਲੀਆਂ ਲੱਗੀਆਂ ਨੇ ਇਹ ਪ੍ਰਬੰਧਕੀ ਮਸਲਾ, ਤੁਸੀਂ ਪ੍ਰਬੰਧਕਾਂ ਨਾਲ ਗੱਲ ਕਰੋ। ਮੈਂ ਕਿਹਾ ਕਿ ਕੀ ਇਹ ਮਰਿਆਦਾ ਦਾ ਮਸਲਾ ਨਹੀਂ, ਕੀ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਮਸਲਾ ਨਹੀਂ ਕਿ ਜੇ ਧਾਰਮਿਕ ਭਾਵਨਾਵਾਂ ਦੇ ਉੱਤੇ ਜਥੇਦਾਰ ਨਹੀਂ ਬੋਲੇਗਾ, ਜਿੱਥੇ ਉਹ ਆਪ ਬੈਠਾ ਅਗਰ ਉਸ ਜਗ੍ਹਾ ਤੇ ਹੋ ਰਹੀ ਬੇਰੁਹਮਤੀ ਬਾਰੇ ਜੇ ਉਹ ਨਹੀਂ ਬੋਲੇਗਾ ਤਾਂ ਹੋਰ ਕੌਣ ਬੋਲੂਗਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਬਹੁਤ ਸਾਰੇ ਮਾਮਲੇ ਅਜਿਹੇ ਸਾਹਮਣੇ ਆਉਂਦੇ ਨੇ ਜਿੱਥੇ ਆਨਲਾਈਨ ਸਾਈਟਸ ਦੇ ਉੱਤੇ ਫੁੱਟਮੈਟਸ, ਕਾਰਪੈਟ, ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਜਿਨ੍ਹਾਂ ਉੱਤੇ ਸ਼੍ਰੀ ਦਰਬਾਰ ਸਾਹਿਬ ਦੀ ਫੋਟੋ ਛਪੀ ਹੋਈ ਸੀ ਉਹ ਵਿਕਣ ਵਾਸਤੇ ਲਗਾਈਆਂ ਜਾਂਦੀਆਂ ਨੇ, ਜਿਸ ਦਾ ਸਿੱਖ ਕੌਮ ਡਟ ਕੇ ਵਿਰੋਧ ਕਰਦੀ ਹੈ ਅਤੇ ਉਹਨਾਂ ਕੰਪਨੀਆਂ ਖਿਲਾਫ ਫਤਵੇ ਵੀ ਜਾਰੀ ਕੀਤੇ ਜਾਂਦੇ ਨੇ। ਪਰ ਜੇਕਰ ਅਜਿਹੀ ਹੀ ਕੁਝ ਬੇਅਦਬੀ ਸ਼੍ਰੀ ਦਰਬਾਰ ਸਾਹਿਬ ਵਿਖੇ ਹੋ ਰਹੀ ਹੋਵੇ ਤਾਂ ਉਸ ਨੂੰ ਕਿੱਦਾਂ ਸਾਡੇ ਜਥੇਦਾਰ ਸਾਹਿਬ ਅਤੇ ਐਸਜੀਪੀਸੀ ਪ੍ਰਧਾਨ ਨਜ਼ਰ ਅੰਦਾਜ਼ ਕਰ ਸਕਦੇ ਨੇ। ਜੀ ਹਾਂ, ਤੁਸੀਂ ਬਿਲਕੁਲ ਸਹੀ ਸੁਣਿਆ, ਅਜਿਹੀ ਹੀ ਬੇਅਦਬੀ ਹੋ ਰਹੀ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ, ਜਿਸ ਨੂੰ ਸਿੱਖੀ ਦਾ ਧੁਰਾ ਆਖਿਆ ਜਾਂਦਾ ਹੈ। ਉੱਥੇ ਲੰਗਰ ਘਰ ਦੇ ਵਿੱਚ ਹੀ ਥੱਲੇ ਫਰਸ਼ ਤੇ ਜੋ ਟਾਈਲਾਂ ਲੱਗੀਆਂ ਹੋਈਆਂ ਨੇ ਉਸ ਤੇ ਦਰਬਾਰ ਸਾਹਿਬ ਦੀਆਂ ਤਸਵੀਰਾਂ ਛਪੀਆਂ ਹੋਈਆਂ ਨੇ ਤੇ ਕੁਝ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਤੋਂ ਬਾਅਦ ਉਸ ਦੇ ਉੱਤੇ ਦਰੀਆਂ ਵਿਛਾ ਦਿੱਤੀਆਂ ਗਈਆਂ, ਪਰ ਉਸ ਨੂੰ ਨਾ ਤਾਂ ਪੱਟਿਆ ਗਿਆ ਤੇ ਨਾ ਹੀ ਉਸ ਨੂੰ ਰਿਪਲੇਸ ਕਰਨ ਦੀ ਸੋਚੀ ਗਈ। ਤੇ ਜਦੋਂ ਭਾਈ ਮਨਵਿੰਦਰ ਸਿੰਘ ਗਿਆਸਪੁਰਾ ਇਹਨਾਂ ਨੇ ਇਸ ਬਾਬਤ ਆਵਾਜ਼ ਬੁਲੰਦ ਕੀਤੀ, ਐਸਜੀਪੀਸੀ ਪ੍ਰਧਾਨ ਅਤੇ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਵੀ ਖਾਨਾ ਪੂਰਤੀ ਹੀ ਕੀਤੀ, ਕੋਈ ਪੁਖਤਾ ਜਵਾਬ ਨਹੀਂ ਦਿੱਤਾ। ਕਿੱਦਾਂ ਪੱਲਾ ਝਾੜਿਆ ਤੁਸੀਂ ਆਪ ਸੁਣੋ ਮਨਵਿੰਦਰ ਸਿੰਘ ਗਿਆਸਪੁਰਾ ਜੀ ਦੀ ਜ਼ੁਬਾਨੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਿਛਲੇ 1-2 ਦਿਨਾਂ ਤੋਂ ਗੱਲ ਸੰਗਤਾਂ ਦੇ ਨਾਲ ਕਰ ਰਹੇ ਹਾਂ ਕਿ ਦਰਬਾਰ ਸਾਹਿਬ ਲੰਗਰ ਹਾਲ ਦੇ ਵਿੱਚ ਫਰਸ਼ ਤੇ ਜਿਹੜੀਆਂ ਟਾਈਲਾਂ ਦਰਬਾਰ ਸਾਹਿਬ ਦੀ ਆਕ੍ਰਿਤੀ ਵਾਲੀਆਂ ਲੱਗੀਆਂ ਨੇ ਉਹ ਟਾਈਲਾਂ ਹਟਣੀਆਂ ਚਾਹੀਦੀਆਂ ਨੇ, ਕਿਉਂਕਿ ਇੱਕ ਪਾਸੇ ਤਾਂ ਜਦੋਂ ਕੋਈ ਚੀਨੀ ਦੀਆਂ ਟਾਈਲਾਂ ਤੇ, ਕੋਈ ਬਾਥਰੂਮ ਦੀਆਂ ਟਾਈਲਾਂ ਤੇ ਕਈ ਵਾਰ ਦਰਬਾਰ ਸਾਹਿਬ ਦੀ ਫੋਟੋ ਲਾ ਦਿੰਦਾ ਜਾਂ ਕਿਤੇ ਹੋਰ ਲਾ ਦਿੰਦਾ, ਅਸੀਂ ਸਾਰੇ ਜਾਣੇ ਪੂਰਾ ਚੀਖ ਚਿਹਾੜਾ ਪਾ ਲੈਂਦੇ ਹਾਂ। ਪਰ ਜਦੋਂ ਉਹੀ ਟਾਈਲਾਂ ਉਸੇ ਪਵਿੱਤਰ ਸਥਾਨ ਉੱਥੇ ਦਰਬਾਰ ਸਾਹਿਬ ਲੰਗਰ ਹਾਲ ਦੇ ਵਿੱਚ ਪੈਰਾਂ ਵਿੱਚ ਲੱਗੀਆਂ ਨੇ ਉਦੋਂ ਕਿਸੇ ਦੀ ਭਾਵਨਾ ਆਹਤ ਨਹੀਂ ਹੁੰਦੀ, ਕਿਸੇ ਦੀ ਭਾਵਨਾ ਨੂੰ ਕੋਈ ਫਰਕ ਨਹੀਂ ਪੈਂਦਾ। ਇਹਦੇ ਸੰਬੰਧੀ ਮੈਂ ਸੰਗਤਾਂ ਨੂੰ ਦੱਸਣਾ ਚਾਹਾਂਗਾ ਕਿ ਕੱਲ੍ਹ ਮੈਂ ਜਥੇਦਾਰ ਸ਼੍ਰੀ ਅਕਾਲ ਤਖਤ ਸਾਹਿਬ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ, ਉਹਨਾਂ ਦੇ ਪਰਸਨਲ ਨੰਬਰ ਤੇ ਫੋਨ ਕੀਤਾ ਪਰ ਉਹਨਾਂ ਨੇ ਫੋਨ ਨਹੀਂ ਚੱਕਿਆ ਔਰ ਉਹਨਾਂ ਦੇ ਪੀਏ ਨੇ ਫੋਨ ਚੱਕਿਆ ਤੇ ਪੀਏ ਨੂੰ ਇਸ ਗੱਲ ਬਾਰੇ ਦੱਸਿਆ ਕਿਉਂਕਿ ਉਹਨਾਂ ਦੇ ਨੰਬਰ ਵਿੱਚ ਮੇਰਾ ਨਾਂ ਸੇਵ ਆ, ਇਸ ਲਈ ਉਹਨਾਂ ਨੇ ਫੋਨ ਨਹੀਂ ਚੱਕਿਆ। ਉਹਨਾਂ ਨੂੰ ਪਤਾ ਸੀ ਕਿ ਉਹਨਾਂ ਨੇ ਇਸੇ ਗੱਲ ਬਾਰੇ, ਇਸੇ ਵਿਸ਼ੇ ਦੇ ਉੱਤੇ ਗੱਲ ਕਰਨੀ ਆ ਗਿਆਸਪੁਰੇ ਨੇ। ਤੇ ਜਦੋਂ ਮੈਂ ਗੱਲ ਉਸ ਪੀਏ ਨੂੰ ਦੱਸੀ ਤਾਂ ਪੀਏ ਨੇ ਕਿਹਾ ਕਿ ਕਹਿੰਦਾ ਇਹ ਜਿਹੜਾ ਥੱਲੇ ਪੈਰਾਂ ਦੇ ਵਿੱਚ ਜਿਹੜੀਆਂ ਟਾਈਲਾਂ ਦਰਬਾਰ ਸਾਹਿਬ ਦੀ ਆਕ੍ਰਿਤੀ ਵਾਲੀਆਂ ਲੱਗੀਆਂ ਨੇ ਇਹ ਪ੍ਰਬੰਧਕੀ ਮਸਲਾ, ਤੁਸੀਂ ਪ੍ਰਬੰਧਕਾਂ ਨਾਲ ਗੱਲ ਕਰੋ। ਮੈਂ ਕਿਹਾ ਕਿ ਕੀ ਇਹ ਮਰਿਆਦਾ ਦਾ ਮਸਲਾ ਨਹੀਂ, ਕੀ ਇਹ ਸਾਡੀਆਂ ਧਾਰਮਿਕ ਭਾਵਨਾਵਾਂ ਦਾ ਮਸਲਾ ਨਹੀਂ ਕਿ ਜੇ ਧਾਰਮਿਕ ਭਾਵਨਾਵਾਂ ਦੇ ਉੱਤੇ ਜਥੇਦਾਰ ਨਹੀਂ ਬੋਲੇਗਾ, ਜਿੱਥੇ ਉਹ ਆਪ ਬੈਠਾ ਅਗਰ ਉਸ ਜਗ੍ਹਾ ਤੇ ਹੋ ਰਹੀ ਬੇਰੁਹਮਤੀ ਬਾਰੇ ਜੇ ਉਹ ਨਹੀਂ ਬੋਲੇਗਾ ਤਾਂ ਹੋਰ ਕੌਣ ਬੋਲੂਗਾ। ਔਰ ਉਹਨਾਂ ਕੋਲ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਔਰ ਜਥੇਦਾਰ ਜਦੋਂ ਬਾਹਰ ਕਿਤੇ ਹੋਰ ਟਾਈਲਾਂ ਚੀਨੀ ਦੀਆਂ ਲੱਗਦੀਆਂ ਨੇ, ਜਦੋਂ ਇੱਦਾਂ ਦੀਆਂ ਫੋਟੋਆਂ ਲੱਗਦੀਆਂ ਨੇ, ਬੇਸ਼ੱਕ ਅਸੀਂ ਫੋਟੋਆਂ ਦੇ ਹੱਕ ਵਿੱਚ ਨਹੀਂ, ਬੇਸ਼ੱਕ ਸਿੱਖ ਸਿਧਾਂਤ, ਸਿੱਖ ਜਿਹੜਾ ਹੈਗਾ ਸਾਡਾ ਫਲਸਫਾ ਉਹ ਫੋਟੋਆਂ ਨੂੰ ਨਹੀਂ ਮੰਨਦਾ, ਚਿਕਨ ਲੋਕ ਹਾਂ, ਪਰ ਫਿਰ ਵੀ ਜਿਹੜੀਆਂ ਹੈਗੀਆਂ ਨੇ ਲੋਕਾਂ ਦੀਆਂ ਭਾਵਨਾਵਾਂ ਜੁੜੀਆਂ ਹੋਈਆਂ ਨੇ। ਔਰ ਜਿੱਥੇ ਅਸੀਂ ਮੱਥਾ ਟੇਕ ਕੇ ਆਉਂਦੇ ਹਾਂ, ਜਿੱਥੇ ਰੂਹਾਨੀਅਤ ਦੇ ਕੇਂਦਰ ਦੇ ਵਿੱਚ, ਜਿੱਥੋਂ ਅਸੀਂ ਰੂਹਾਨੀਅਤ ਦੀ ਸ਼ਕਤੀ ਲੈ ਕੇ ਉੱਥੇ ਆਉਂਦੇ ਹਾਂ, ਜਦੋਂ ਉੱਥੇ ਹੀ ਅਸੀਂ ਲੰਗਰ ਛਕਣ ਪਹੁੰਚਦੇ ਹਾਂ, ਉਸੇ ਹੀ ਰੂਹਾਨੀਅਤ ਦੀ ਸ਼ਕਤੀ ਨੂੰ ਜਦੋਂ ਪੈਰਾਂ ਦੇ ਵਿੱਚ ਰੋਲਦੇ ਹਾਂ, ਕਿਤੇ ਨਾ ਕਿਤੇ ਇੱਕ ਬਹੁਤ ਵੱਡੀ ਮਨ ਨੂੰ ਠੇਸ ਪਹੁੰਚਦੀ ਆ, ਆਹਤ ਹੁੰਦਾ ਮਨ। ਮੈਨੂੰ ਨਹੀਂ ਪਤਾ ਕਿ ਜਥੇਦਾਰ ਸਾਹਿਬ ਦਾ ਇਸ ਗੱਲ ਪ੍ਰਤੀ ਮਨ ਕਿਉਂ ਨਹੀਂ ਦੁਖਦਾ, ਕਿਉਂ ਨਹੀਂ ਉਹਨਾਂ ਨੂੰ ਇਸ ਗੱਲ ਦਾ ਦੁੱਖ ਲੱਗਿਆ, ਕਿਉਂ ਨਹੀਂ ਉਹਨਾਂ ਨੇ ਬਾਅਦ ਵਿੱਚ ਵੀ ਗੱਲ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਮੈਂ ਜਥੇਦਾਰ ਦੀ ਗੱਲ ਕਰਨ ਤੋਂ ਬਾਅਦ
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਨਾਲ ਗੱਲ ਕੀਤੀ। ਸਾਰਾ ਕੁਝ ਮੈਂ ਰਿਕਾਰਡ ਕੀਤਾ ਹੋਇਆ ਆਪਣੇ ਫੋਨ ਤੇ। ਉਹਨਾਂ ਨਾਲ ਗੱਲ ਕੀਤੀ, ਪਰ ਉਹਨਾਂ ਕੋਲ ਵੀ ਮੇਰਾ ਨੰਬਰ ਸੇਵ ਸੀ, ਇਸ ਲਈ ਉਹਨਾਂ ਨੇ ਆਪ ਫੋਨ ਉਠਾਉਣਾ ਮੁਨਾਸਬ ਨਹੀਂ ਸਮਝਿਆ। ਉਹਨਾਂ ਦੇ ਪੀਏ ਨੇ ਫੋਨ ਚੱਕਿਆ, ਫਿਰ ਉਹੀ ਘੜਿਆ ਘੜਾਇਆ ਜਵਾਬ ਮਿਲਿਆ ਕਿ ਉਹ ਮੀਟਿੰਗ ਵਿੱਚ ਨੇ। ਤੇ ਜਦੋਂ ਉਹਨਾਂ ਨੂੰ ਮੈਂ ਦੱਸਿਆ ਕਿ ਉੱਥੇ ਟਾਈਲਾਂ ਜਿਹੜੀਆਂ ਨੇ ਉਹ ਹਟਣੀਆਂ ਚਾਹੀਦੀਆਂ ਨੇ, ਸੰਗਤਾਂ ਦੀਆਂ ਭਾਵਨਾਵਾਂ ਦਾ ਸਵਾਲ ਹੈ, ਕਰੋੜਾਂ ਲੋਕ ਜਿਹੜੇ ਹੈਗੇ ਆ ਜਿਹੜੇ ਉੱਥੇ ਸ਼ਰਧਾ ਨਾਲ ਮੱਥਾ ਟੇਕਦੇ ਆ, ਜਦੋਂ ਉਹੀ ਟਾਈਲਾਂ ਨੂੰ ਉਹ ਉਸੇ ਦਰਬਾਰ ਸਾਹਿਬ ਦੀ ਫੋਟੋ ਨੂੰ ਜਦੋਂ ਪੈਰਾਂ ਹੇਠ ਮਧੋਲਦੇ ਆ ਤੇ ਉਹਨਾਂ ਦੇ ਮਨਾਂ ਵਿੱਚ ਕੀ ਬੀਤਦੀ ਹੋਏਗੀ। ਤੁਸੀਂ ਉੱਥੇ ਇੱਕ ਟਾਟ ਵਿਛਾ ਦਿੱਤਾ, ਮੈਟ ਵਿਛਾ ਦਿੱਤਾ, ਕੀ ਉਹਦੇ ਨਾਲ ਇਹ ਮਸਲਾ ਹੱਲ ਹੋ ਗਿਆ? ਪਰ ਉਹਨਾਂ ਕੋਲ ਵੀ ਇਸ ਗੱਲ ਦਾ ਕੋਈ ਜਵਾਬ ਨਹੀਂ ਸੀ। ਕਹਿੰਦੇ ਜੀ ਸਾਡੇ ਕੋਲ ਸਾਨੂੰ ਕੁਝ ਨਹੀਂ ਪਤਾ ਕਿੱਥੇ ਕੀ ਲੱਗਿਆ ਹੋਇਆ, ਤੁਸੀਂ ਇਸ ਗੱਲ ਨੂੰ ਨਾ ਕਰੋ। ਅਸੀਂ ਉਹਨਾਂ ਨੂੰ ਕਿਹਾ ਕਿ ਅਸੀਂ ਉੱਥੇ ਧਰਨਾ ਲਾਵਾਂਗੇ ਸੰਗਤਾਂ ਨੂੰ ਲੈ ਕੇ, ਪਰ ਅਸੀਂ ਨਹੀਂ ਚਾਹੁੰਦੇ ਕਿ ਰੂਹਾਨੀਅਤ ਦੇ ਕੇਂਦਰ ਦੇ ਉੱਤੇ ਕੋਈ ਸੰਸਥਾ ਜਾ ਕੇ ਧਰਨਾ ਲਾਵੇ। ਅਸੀਂ ਇਸ ਦੇ ਵੀ ਉਲਟਾ, ਕਿਉਂਕਿ ਅਸੀਂ ਜਿੱਥੇ ਸ਼ਰਧਾ ਨਾਲ ਜਾਈਏ ਉੱਥੇ ਹੀ ਧਰਨਾ ਲਾਉਂਦੇ ਅਸੀਂ ਸ਼ੋਭਦੇ ਨਹੀਂ। ਇਸ ਲਈ ਅਸੀਂ ਚਾਹੁੰਦੇ ਹਾਂ ਕਿ ਇਸ ਮਸਲੇ ਨੂੰ ਸ਼ਾਂਤਮਈ ਤਰੀਕੇ ਹੱਲ ਕਰ ਲਿਆ ਜਾਵੇ। ਪਰ ਤੁਸੀਂ ਦੇਖੋ ਕਿ ਉਸ ਤੋਂ ਬਾਅਦ ਫਿਰ ਉਹਨਾਂ ਦੇ ਦਰਬਾਰ ਸਾਹਿਬ ਦੇ ਮੈਨੇਜਰ ਸਾਹਿਬ ਦਾ ਕੱਲ ਦੁਪਹਿਰੇ 12-1 ਵਜੇ ਤਕਰੀਬਨ ਫੋਨ ਆਉਂਦਾ, ਜਦੋਂ ਉਹਨਾਂ ਨਾਲ ਵੀ ਇਹੀ ਗੱਲ ਕੀਤੀ ਜਾਂਦੀ ਆ ਕਿ ਉੱਥੇ ਜਿਹੜੀਆਂ ਟਾਈਲਾਂ ਲੱਗੀਆਂ ਨੇ ਉਹ ਜਿਹੜੀ ਹੈਗੀ ਆ ਉਹ ਮਰਿਆਦਾ ਤੋਂ ਉਲਟਾ, ਉੱਥੇ ਧਾਰਮਿਕ ਭਾਵਨਾਵਾਂ ਸਾਡੀਆਂ ਆਹਤ ਹੁੰਦੀਆਂ ਨੇ, ਤੁਸੀਂ ਉਹ ਟਾਈਲਾਂ ਨੂੰ ਹਟਾਓ। ਤਾਂ ਉਹਨਾਂ ਵੱਲੋਂ ਵੀ ਕੋਈ ਤਸੱਲੀ ਬਖਸ਼ ਜਵਾਬ ਨਹੀਂ ਦਿੱਤਾ ਜਾਂਦਾ। ਜਦੋਂ ਕੱਲ ਨਹੀਂ ਦਿੱਤਾ ਜਾਂਦਾ ਤੇ ਉਹਨਾਂ ਵੱਲੋਂ ਇਹ ਵੀ ਕਿਹਾ ਜਾਂਦਾ ਕਿ ਮੇਰੇ ਧਿਆਨ ਵਿੱਚ ਨਹੀਂ। ਦਰਬਾਰ ਸਾਹਿਬ ਕੰਪਲੈਕਸ ਦਾ ਮੈਨੇਜਰ ਇਹ ਗੱਲ ਕਹਿ ਰਿਹਾ ਕਿ ਮੇਰੇ ਧਿਆਨ ਵਿੱਚ ਨਹੀਂ। ਔਰ ਅੱਜ ਸਵੇਰੇ ਫਿਰ ਮੈਂ ਉਹਨਾਂ ਨਾਲ ਗੱਲ ਕੀਤੀ, ਹੁਣੇ 10 ਮਿੰਟ ਪਹਿਲਾਂ ਮੇਰੀ ਮੈਨੇਜਰ ਦਰਬਾਰ ਸਾਹਿਬ ਨਾਲ ਗੱਲ ਹੋਈ ਤਾਂ ਉਹਨਾਂ ਨੇ ਕਿਹਾ ਕਿ ਹਾਂ। ਮੈਂ ਉਹਨਾਂ ਨੂੰ ਪਹਿਲੀ ਗੱਲ ਇਹੀ ਪੁੱਛੀ ਕਿ ਕੀ ਤੁਹਾਡੇ ਧਿਆਨ ਵਿੱਚ ਆ ਗਈ, ਕੀ ਤੁਸੀਂ ਉਹ ਦਰਬਾਰ ਸਾਹਿਬ ਦੀ ਫੋਟੋ ਵਾਲੀਆਂ ਟਾਈ ਹੁਣ ਉਹ ਮਰਿਆਦਾ ਦਾ ਵਿਚਾਰ ਕਰਕੇ ਅਗਲੀ ਰਣਨੀਤੀ ਜਿਹੜੀ ਹੈਗੀ ਆ ਉਹ ਬਣਾਵਾਂਗੇ। ਤੇ ਮੈਂ ਸੰਗਤਾਂ ਨੂੰ ਵੀ ਅਪੀਲ ਕਰਦਾ ਕਿ ਉਹ ਵੀ ਧਾਰਮਿਕ ਭਾਵਨਾਵਾਂ ਦੇਖਦੇ ਹੋਏ ਬੀਇੰਗ ਏ ਸਿੱਖ ਇਸ ਗੱਲ ਦੀ ਆਵਾਜ਼ ਉਠਾਉਣ, ਬੀਇੰਗ ਏ ਸਿੱਖ ਇਸ ਗੱਲ ਦੀ ਆਵਾਜ਼ ਉਠਾਉਣ ਕਿ ਉੱਥੇ ਦਰਬਾਰ ਸਾਹਿਬ ਦੀ ਜਿਹੜੀ ਫੋਟੋ ਜਿਹੜੀ ਪੈਰਾਂ ਦੇ ਵਿੱਚ ਲੱਗੀ ਹੋਈ ਆ, ਲੰਗਰ ਹਾਲ ਦੇ ਪੈਰਾਂ ਵਿੱਚ ਲੱਗੀ ਹੋਈ ਆ, ਉਹ ਫੋਟੋ ਜਿਹੜੀ ਟਾਇਲ ਆ, ਚੀਨੀ ਟਾਇਲ ਆ, ਚਾਈਨਾ ਦੀ ਟਾਇਲ ਆ, ਉਸ ਟਾਇਲਾਂ ਦੀ ਟਾਇਲ ਦੇ ਉੱਤੇ ਉਹ ਫੋਟੋ ਛਪੀ ਹੋਈ ਆ, ਉਹ ਜਿਹੜੀ ਟਾਈਲਾਂ ਨੇ ਉੱਥੋਂ ਹਟਣੀਆਂ ਚਾਹੀਦੀਆਂ ਨੇ ਔਰ ਹਟ ਕੇ ਉੱਥੇ ਨਵੀਆਂ ਫਰੈਸ਼ ਪਲੇਨ ਜਿਹੜੀਆਂ ਹੈਗੀਆਂ ਟਾਈਲਾਂ ਲੱਗਣੀਆਂ ਚਾਹੀਦੀਆਂ ਨੇ। ਮੇਰੇ ਵੀਰੋ ਤੁਸੀਂ ਵੀ ਸਾਰੇ ਸਾਥ ਦਿਓ ਔਰ ਜਥੇਦਾਰ ਨਾਲ ਵੀ ਗੱਲ ਕਰੋ, SGPC ਦੇ ਪ੍ਰਧਾਨ ਨਾਲ ਵੀ ਗੱਲ ਕਰੋ। ਅਗਰ ਹੋ ਸਕੇ ਤੇ ਆਪਾਂ ਉੱਥੇ ਜਿਹੜਾ ਐਜੀਟੇਸ਼ਨ ਕਰਨਾ ਉਸ ਐਜੀਟੇਸ਼ਨ ਦੇ ਵਿੱਚ ਵੀ ਸਾਡਾ ਸਾਥ ਦਿਓ, ਤਾਂ ਕਿ ਜਦੋਂ ਇਹ ਤਾਂ ਗੱਲ ਇੱਕ ਆ ਗਈ ਕਿ ਦੀਵੇ ਥੱਲੇ ਹਨੇਰਾ, ਇਹ ਜਿਹੜਾ ਦੀਵੇ ਥੱਲੇ ਹਨੇਰਾ, ਇਸ ਹਨੇਰੇ ਨੂੰ ਅਸੀਂ ਦੂਰ ਕਰਨਾ। ਜਥੇਦਾਰ ਅਕਾਲ ਤਖਤ ਸਾਹਿਬ ਨੂੰ ਵੀ ਫਿਰ ਅਸੀਂ ਇਸ ਲਾਈਵ ਜਰੀਏ ਬੇਨਤੀ ਕਰਦੇ ਹਾਂ ਕਿ ਉਹ ਟਾਈਲਾਂ ਹਟਣੀਆਂ ਚਾਹੀਦੀਆਂ ਨੇ। ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੂੰ ਵੀ ਬੇਨਤੀ ਕਰਦੇ ਹਾਂ ਟਾਈਲਾਂ ਹਟਣੀਆਂ ਚਾਹੀਦੀਆਂ ਨੇ। ਤੇ ਪ੍ਰਸ਼ਾਸਨ ਨੂੰ, ਪੁਲਿਸ ਨੂੰ, ਅੰਮ੍ਰਿਤਸਰ ਦੇ ਪ੍ਰਸ਼ਾਸਨ ਨੂੰ, DC ਨੂੰ ਬੇਨਤੀ ਕਰਦੇ ਹਾਂ ਕਿ ਧਾਰਮਿਕ ਭਾਵਨਾਵਾਂ ਭੜਕਾਉਣ ਦਾ ਜਿਹੜਾ ਹੈਗਾ ਉਹਦੇ ਤੇ ਪਰਚਾ ਦਰਜ ਹੋਣਾ ਚਾਹੀਦਾ। ਜਿਹੜਾ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਔਰ ਨਾਲ ਦੀ ਨਾਲ ਇਸ ਗੱਲ ਦਾ ਨੋਟਿਸ ਵੀ ਲਿਆ ਜਾਣਾ ਚਾਹੀਦਾ ਤੇ ਉਹਨੂੰ ਆਪਣੀ ਗਲਤੀ ਮੰਨਦੇ ਹੋਏ ਪ੍ਰਧਾਨ ਸਾਹਿਬ ਨੂੰ ਆਪਣੇ ਅਹੁਦੇ ਤੋਂ ਅਸਤੀਫਾ ਦੇ ਦੇਣਾ ਚਾਹੀਦਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਅਕਸਰ ਸਿੱਖ ਬੁੱਧੀਜੀਵੀ ਕਹਿੰਦੇ ਨੇ ਕਿ ਸਿੱਖ ਕੌਮ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਢਾਹ ਲਾਉਣ ਵਾਲੇ ਕੋਈ ਹੋਰ ਨਹੀਂ, ਆਪਣੇ ਹੀ ਚੋਲਿਆਂ ਦੇ ਵਿੱਚ ਬੈਠੇ ਕੁਝ ਲੋਕ ਨੇ ਜੋ ਸਭ ਕੁਝ ਵੇਖ ਰਹੇ ਨੇ ਕਿ ਕਿੱਦਾਂ ਢਾਹ ਲਾਈ ਜਾ ਰਹੀ ਹੈ, ਕਿੱਦਾਂ ਬਾਣੀ ਨਾਲ ਛੇੜਖਾਨੀ ਕੀਤੀ ਜਾ ਰਹੀ ਹੈ, ਕਿੱਦਾਂ ਕੌਮ ਨੂੰ ਗੁਰਾਹੇ ਪਾਇਆ ਜਾ ਰਿਹਾ ਹੈ, ਕਿੱਦਾਂ ਮਨਮੱਤ ਪ੍ਰਚਾਰੀ ਜਾ ਰਹੀ ਹੈ ਤੇ ਆਖਿਰ ਉਸ ਦਾ ਸਮਰਥਨ ਦੇਣ ਵਾਲੇ ਕੌਣ ਨੇ। ਪਰ ਅਸੀਂ ਨਾਨਕ ਨਾਮ ਲੈਵਾ ਸਿੱਖ ਸੰਗਤ ਅੱਗੇ ਹੱਥ ਬੰਨ੍ਹ ਕੇ ਇੱਕੋ ਹੀ ਬੇਨਤੀ ਕਰਾਂਗੇ, ਬੇਸ਼ੱਕ ਗੱਲ ਚਾਹੇ ਸਾਡੇ ਸਿੱਖੀ ਦੇ ਧੁਰੇ ਦੀ ਹੋਵੇ ਜਾਂ ਕਿਸੇ ਵੀ ਡੇਰਾਵਾਦ ਦੇ ਪ੍ਰਚਾਰਕ ਦੀ, ਜੇਕਰ ਕਿਤੇ ਵੀ ਕੁਝ ਵੀ ਗਲਤ ਹੁੰਦਾ ਹੈ, ਸਿੱਖੀ ਮਰਿਆਦਾ ਦੀ ਉਲੰਘਣਾ ਕਰਦਾ ਹੋਇਆ ਸਾਨੂੰ ਕੋਈ ਨਜ਼ਰ ਆਂਦਾ ਹੈ, ਗੁਰਮਤ ਦੀ ਕਸੌਟੀ ਉੱਤੇ ਸਾਨੂੰ ਖਰਾ ਉਤਰਦਾ ਹੋਇਆ ਨਹੀਂ ਨਜ਼ਰ ਆਂਦਾ, ਤਾਂ ਸਾਡਾ ਫਰਜ਼ ਬਣਦਾ ਹੈ ਕਿ ਬਾਬੇ ਨਾਨਕ ਦੇ ਸਿੱਖ ਹੋਣ ਦੇ ਨਾਤੇ, ਕਲਗੀਧਰ ਦੇ ਸਿੰਘ ਹੋਣ ਦੇ ਨਾਤੇ ਅਸੀਂ ਉਸ ਦਾ ਡਟ ਕੇ ਵਿਰੋਧ ਕਰੀਏ ਤਾਂ ਜੋ ਇਹ ਮਨਮੱਤ ਪ੍ਰਚਾਰੀ ਪ੍ਰਸਾਰੀ ਨਾ ਜਾਵੇ। ਕਿਉਂਕਿ ਤੁਸੀਂ ਬਾਖੂਬ ਜਾਣਦੇ ਹੋ ਕਿ ਸਿੱਖ ਕੌਮ ਦੇ ਵਿੱਚ ਨਾ ਤਾਂ ਮੂਰਤੀ ਪੂਜਾ ਦਾ ਕੋਈ ਸਥਾਨ ਹੈ ਤੇ ਨਾ ਹੀ ਪੇਂਟਿੰਗ ਜਾਂ ਤਸਵੀਰਾਂ ਰੱਖਣ ਦਾ, ਕਿਉਂਕਿ ਇਹ ਸਿਰਫ ਤੇ ਸਿਰਫ ਮਨਮੱਤ ਨਾਲ ਜੋੜਨ ਵਾਸਤੇ ਹੀ ਸਿੱਖ ਕੌਮ ਦੇ ਵਿੱਚ ਲਿਆਂਦੀਆਂ ਗਈਆਂ ਨੇ। ਫਿਰ ਗੱਲ ਚਾਹੇ ਬੇਬੇ ਨਾਨਕੀ ਅਤੇ ਗੁਰੂ ਨਾਨਕ ਦੇਵ ਜੀ ਦੇ ਉਸ ਤਸਵੀਰ ਦੀ ਹੋਵੇ ਜਿਸ ਵਿੱਚ ਬੇਬੇ ਨਾਨਕੀ ਰੱਖੜੀ ਬੰਨ੍ਹਦੀ ਹੋਈ ਨਜ਼ਰ ਆ ਰਹੀ ਹੈ, ਜਦਕਿ ਇਸ ਦਾ ਅਗਰ ਇਤਿਹਾਸਿਕ ਪੱਖ ਚੱਕ ਕੇ ਦੇਖਿਆ ਜਾਵੇ ਤਾਂ ਇਹ ਦੂਰ ਦੂਰ ਤੱਕ ਕੋਈ
ਮਾਇਨਾ ਹੀ ਨਹੀਂ ਰੱਖਦੀ ਤਸਵੀਰ ਜਿਸ ਨੂੰ ਹਰ ਪਾਸੇ ਸ਼ੇਅਰ ਕੀਤਾ ਜਾਂਦਾ ਹੈ, ਪਬਲਿਸ਼ ਕੀਤਾ ਜਾਂਦਾ ਹੈ। ਤੇ ਇਹ ਤਾਂ ਸਿਰਫ ਇੱਕ ਉਦਾਹਰਣ ਹੈ, ਅਜਿਹੀਆਂ ਪਤਾ ਨਹੀਂ ਕਿੰਨੀਆਂ ਹੀ ਉਦਾਹਰਨਾਂ ਅਜਿਹੀਆਂ ਸੋਸ਼ਲ ਮੀਡੀਆ ਉੱਤੇ ਪਈਆਂ ਹੋਈਆਂ ਨੇ ਜੋ ਸਰਚ ਦੇ ਵਿੱਚ ਸਭ ਤੋਂ ਉੱਤੇ ਆ ਗਈਆਂ ਨੇ ਤੇ ਉਹ ਪੂਰੀ ਤਰ੍ਹਾਂ ਨਾਲ ਗਲਤ ਨੇ, ਮਨਮਤ ਪ੍ਰਚਾਰਦੀਆਂ ਨੇ ਤੇ ਕੌਮ ਨੂੰ ਗੁਰਾਹੇ ਪਾਉਂਦੀਆਂ ਨੇ। ਇਸ ਲਈ ਸਾਰੀ ਦੀ ਸਾਰੀ ਸਿੱਖ ਕੌਮ ਦਾ ਫਰਜ਼ ਬਣਦਾ ਹੈ ਕਿ ਅੱਜ ਅਸੀਂ ਇਕਜੁੱਟ ਇਕਮੁੱਠ ਹੋ ਕੇ ਸਿੱਖ ਕੌਮ ਨੂੰ ਜੋੜਨ ਦੀ ਕੋਸ਼ਿਸ਼ ਕਰੀਏ ਤੇ ਅਜਿਹੇ ਪ੍ਰਚਾਰਕਾਂ ਤੋਂ ਗੁਰੇਜ਼ ਕਰੀਏ ਜੋ ਮਨਮਤ ਪ੍ਰਚਾਰਦੇ ਹੋਣ, ਜੋ ਲੋਕਾਂ ਨੂੰ ਗੁਰਾਹੇ ਪਾਉਂਦੇ ਹੋਣ, ਸੰਗਤ ਨੂੰ ਗੁਰਾਹੇ ਪਾਉਂਦੇ ਹੋਣ, ਜੋ ਇਹ ਸ਼ਬਦ ਭੁੱਲ ਗਏ ਹੋਣ ਕਿ ਆਗਿਆ ਭਾਈ ਅਕਾਲ ਕੀ ਤਬ ਹੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ, ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਤੇ ਜੋ ਇਨਸਾਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਪ੍ਰਗਟ ਗੁਰਾਂ ਦੀ ਦੇਹ ਨਹੀਂ ਮੰਨਦਾ, ਜ਼ਰੀਆ ਮੰਨਦਾ ਹੈ ਜਾਂ ਪਵਿੱਤਰ ਪਾਕ ਸਰੋਵਰਾਂ ਉੱਤੇ ਕਿੰਤੂ ਕਰਦਾ ਹੈ, ਅੰਮ੍ਰਿਤ ਉੱਤੇ ਕਿੰਤੂ ਕਰਦਾ ਹੈ, ਖੰਡੇ ਬਾਟੇ ਦੀ ਪਹਲ ਤੇ ਕਿੰਤੂ ਕਰਦਾ ਹੈ, ਸਿੰਘ ਸ਼ਹੀਦਾਂ ਮਰਜੀਵਰਿਆਂ ਦੀ ਦਾਸਤਾਂ ਉੱਤੇ ਕਿੰਤੂ ਕਰਦਾ ਹੈ, ਅਜਿਹੇ ਲੋਕਾਂ ਤੋਂ ਸਾਨੂੰ ਗੁਰੇਜ਼ ਕਰਨਾ ਚਾਹੀਦਾ ਹੈ। ਬੇਸ਼ੱਕ ਉਹ ਸਿੱਖੀ ਚੋਲੇ ਦੇ ਵਿੱਚ ਹੀ ਕਿਉਂ ਨਾ ਹੋਣ, ਦੇਖਣ ਨੂੰ ਚਾਹੇ ਉਹ ਸਿੱਖ ਲੱਗਦੇ ਹੋਣ, ਪਰ ਅਜਿਹੇ ਲੋਕ ਸਿੱਖ ਕੌਮ ਵਾਸਤੇ ਸਭ ਤੋਂ ਘਾਤਕ ਨੇ ਜੋ ਸਿੱਖ ਕੌਮ ਨੂੰ ਘੁਣ ਵਾਂਗ ਖਾ ਰਹੇ ਨੇ ਤੇ ਨੌਜਵਾਨੀ ਨੂੰ ਗੁਰਾਹੇ ਪਾ ਰਹੇ ਨੇ। ਉਮੀਦ ਕਰਦੇ ਹਾਂ ਤੁਸੀਂ ਵੀ ਇਹਨਾਂ ਗੱਲਾਂ ਦਾ ਜ਼ਰੂਰ ਧਿਆਨ ਰੱਖੋਗੇ। ਵਿਚਾਰ ਚੰਗੇ ਲੱਗੇ ਹੋਣ ਵੀਡੀਓ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ। ਬਾਕੀ ਆਪਣੀਆਂ ਭਾਵਨਾਵਾਂ ਨੀਚੇ ਕਮੈਂਟਸ ਦੇ ਵਿੱਚ ਤੁਸੀਂ ਵਿਅਕਤ ਕਰ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।